ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਸਜਲ ਸਾਹਿਬ a very good morning ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਧੰਨਵਾਦ ਆਪਣੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਜੀ ਆਇਆਂ ਨੇ। ਆਓ ਫਿਰ ਹੁਣ ਗੱਲਾਂ ਬਾਤਾਂ ਕਰੀਏ। ਮੇਰਾ ਭਾਰਤ ਮਹਾਨ, ਇਹਨਾਂ ਨੇ ਕਦੀ ਟਲਣਾ ਨਹੀਂ ਤੇ ਅਸੀਂ ਬੋਲ ਕੇ ਥੱਕ ਚੁੱਕੇ ਹਾਂ ਤੇ ਕਦੋਂ ਸੁਧਰਨਾ ਇੰਡੀਆ ਨੇ ਕੁਛ ਨਹੀਂ ਪਤਾ। ਉੱਥੇ ਪੈਸੇ ਦੀ ਖੇਡ ਆ, ਪੈਸੇ ਦੀ ਖੇਡ ਤੋਂ ਜੋ ਮਰਜੀ ਬੰਦਾ ਕਰਾ ਦਿੰਦਾ, ਪਰੰਤੂ NRIs ਦੇ ਨਾਲ ਜੋ ਧੋਖਾ ਹੋ ਰਿਹਾ ਆ, ਜੋ ਏਅਰਪੋਰਟ ਦੇ ਉੱਤੇ ਧੋਖਾ ਹੋ ਰਿਹਾ, ਸਪੈਸ਼ਲੀ ਜਿਹੜੇ ਚੀਟਰਸ ਨੇ ਉਹ ਕੈਸ਼ ਲੈ ਰਹੇ ਨੇ ਕੈਨੇਡੀਅਨ ਪੈਸੇਂਜਰਸ ਨੂੰ ਫॉर ਨੈਗੇਟਿਵ ਕੋਵਿਡ ਟੈਸਟ ਏਅਰਪੋਰਟ ਦੇ ਵਿੱਚ। ਇਹ ਦਿੱਲੀ ਦੇ ਵਿੱਚ ਹੋ ਰਿਹਾ। ਕਦੋਂ ਸੁਧਰੇਗੀ ਦੁਨੀਆ? ਪਰ ਇਸ ਤਰ੍ਹਾਂ ਵੀ ਰਿਪੋਰਟਸ ਤਾਂ ਇਹ ਵੀ ਆ ਵੀ ਜਿੱਥੇ ਉੱਥੇ ਜਾਣੀ ਕਿ ਵੀ ਜਦੋਂ ਉਹਨਾਂ ਨੂੰ ਪਤਾ ਲੱਗ ਜੇ ਵੀ ਖਾਸ ਤੌਰ ਤੇ ਕਿਸੇ ਵਿਅਕਤੀ ਦੇ ਕੋਲੋਂ ਪੈਸੇ ਡਾਲਰ ਉਟੇਰੇ ਜਾ ਸਕਦੇ ਆ, ਕਿਉਂਕਿ ਵੀ ਪੈਸੇਂਜਰ ਦੇ ਤੌਰ ਤੇ ਉਹ ਬਾਹਰ ਜਾ ਰਹੇ ਨੇ ਤੇ ਉਹਨਾਂ ਕੋਲ ਬੜਾ ਲਿਮਿਟਡ ਟਾਈਮ ਹੈ ਤੇ ਡਾਲਰ ਕੈਸ਼ ਵੀ ਇਹਨਾਂ ਦੇ ਕੋਲ ਹੋਣਾ ਹੀ ਹੈ ਤੇ ਕੋਈ ਵੀ ਇਹਨਾਂ ਨੂੰ ਰੁਕਾਵਟ ਡਾਉਣ ਦੀ ਜਦੋਂ ਗੱਲ ਨਜ਼ਰ ਆਊਗੀ, ਲੇਟ ਹੋਣ ਦੀ ਜਾਂ ਫਲਾਈਟ ਨਿਕਲਣ ਦਾ ਡਰ ਵਧੂਗਾ ਤੇ ਇਹਨਾਂ ਨੇ ਪੈਸੇ ਜਿਹੜੇ ਆਪੇ ਹੀ ਕੱਢ ਕੇ ਫੜਾਉਣ ਲੱਗ ਪੈਣਾ ਜੀ। ਸੋ ਇਸ ਕਰਕੇ ਤੇ ਇਹਦੇ ਨਾਲ ਹੀ ਪਰ ਜਾਣੀ ਕਿ ਵੀ ਇਹ ਵੀ ਪਤਾ ਲੱਗਦਾ ਹੁੰਦਾ ਵੀ ਲੋਕ ਕਿਉਂਕਿ ਆਪ ਹੀ ਕਾਹਲੀ ਦੇ ਵਿੱਚ ਆ ਤੇ ਉਹ ਕੋਈ ਰੁਕਾਵਟ ਪੈਣ ਨਹੀਂ ਦੇਣਾ ਚਾਹੁੰਦੇ ਤੇ ਜੇ ਜਾਣੀ ਕੋਈ ਨਾ ਵੀ ਮੰਗਣ ਤਾਂ ਆਪ ਹੀ ਜਿਹੜੇ ਆ ਪੈਸੇ ਕੱਢ ਕੇ ਢੇਰੀ ਕੀਤੇ ਜਾਂਦੇ ਆ ਵੀ ਸਾਡਾ ਕੰਮ ਕਰਾ ਦਿਓ ਜਲਦੀ ਨਾਲ। ਇਹਦੇ ਨਾਲ ਫਿਰ ਜਾਣੀ ਕਿ ਵੀ ਇਹ ਹੋਰ ਬਲ ਮਿਲਦਾ ਜਿਹੜੇ ਲੋਕਾਂ ਦਾ ਧੰਦਾ ਹੀ ਉੱਥੇ ਏਅਰਪੋਰਟਸ ਦੇ ਬਾਹਰ ਇਹ ਹੁੰਦਾ ਉਹਨਾਂ ਦੇਸ਼ਾਂ ਦੇ ਵਿੱਚ ਕਿ ਵੀ ਉਹਨਾਂ ਨੇ ਆਉਣ ਤੇ ਜਾਣ ਵਾਲੇ ਪੈਸੇਂਜਰਸ ਦੇ ਕੋਲੋਂ ਹੀ ਆਪਣੀ ਦਿਹਾੜੀ ਪੂਰੀ ਕਰਨੀ ਹੁੰਦੀ ਆ ਜੀ। ਹੁਣ ਇਸ ਤਰੀਕੇ ਦੇ ਨਾਲ ਇਹ ਹੈ ਜੀ ਵੀ ਇਹ ਕਾਫੀ ਜਿਉਂ ਹੀ ਆਪਾਂ ਦੇਖ ਰਹੇ ਹਾਂ ਵੀ ਏਅਰ ਕੈਨੇਡਾ ਨੇ ਇਸ ਤਰ੍ਹਾਂ ਦੀ ਵਿਵਸਥਾ ਕੀਤੀ ਸੀਗੀ ਵੀ ਉਹ ਕਿਸੇ ਹੋਰ ਲੈਬੋਰਟਰੀ ਦਾ ਨਹੀਂ, ਦਿੱਲੀ ਏਅਰਪੋਰਟ ਦੇ ਬਾਹਰ ਜਿਹੜੀ ਇੱਕ ਉਹਨਾਂ ਨੇ ਮਾਨਤਾ ਪ੍ਰਾਪਤ ਲੈਬੋਰਟਰੀ ਆ ਵੀ ਉਹਨਾਂ ਦਾ ਟੈਸਟ ਜਿਹੜਾ ਨੈਗੇਟਿਵ ਹੋਊਗਾ ਤੇ ਉਸ ਨੂੰ ਮੰਨਿਆ ਜਾਊਗਾ। ਰਾਈਟ। ਤੇ ਫੈਸਿਲਿਟੀ ਤੇ ਚਲੋ ਉਹਨਾਂ ਨੇ ਭਾਵੇਂ ਕਿਟਸ ਬਣਾ ਕੇ ਮਤਲਬ ਸੇਲ ਤੇ ਵੀ ਲਾਈਆਂ ਕਿ ਜਿਹੜੇ ਪੈਸੇਂਜਰ ਟਿਕਟ ਦੇ ਨਾਲ ਉਸ ਜਿਹੜੀ ਕਿਟ ਆ ਆਰਡਰ ਕਰਕੇ ਲੈ ਕੇ ਜਾ ਸਕਦੇ ਆ ਤੇ ਆਪਣਾ ਟੈਸਟ ਕਰਕੇ ਸਿੱਧੇ ਜਾਣੀ ਏਅਰਪੋਰਟ 'ਚ ਐਂਟਰ ਹੋਇਆ ਜਾ ਸਕਦਾ। ਪਰ ਵੱਡੀ ਤਾਦਾਦ ਦੇ ਵਿੱਚ ਭਾਰਤ ਨਾਲ ਸੰਬੰਧਿਤ ਜਾਣੀ ਕਿ ਜਿਹੜੇ ਯਾਤਰੀ ਆ ਆਉਣ ਤੇ ਜਾਣ ਵਾਲੇ ਉਹਨਾਂ ਨੂੰ ਇਹਦੇ ਬਾਰੇ ਨੌਲੇਜ ਨਾ ਹੋਣ ਕਰਕੇ ਜਾਂ ਉਹ ਇਹਦੇ ਵਿੱਚ ਇੰਟਰਸਟ ਨਾ ਲੈਂਦੇ ਹੋਣ ਕਰਕੇ ਵੀ ਏਜੰਟਣੀਆਂ ਦੇ ਹੱਥੀਂ ਸਭ ਕੁਝ ਕਰਵਾਇਆ ਹੋਇਆ ਹੋਣ ਕਰਕੇ ਜੀ ਵੀ ਉਹ ਇਸ ਫੈਸਿਲਿਟੀ ਦਾ ਫਾਇਦਾ ਬਹੁਤ ਮਿਨੀਮਮ ਜਿਹੜੇ ਲੋਕ ਆ ਉਠਾ ਪਾ ਰਹੇ ਹੋਣਗੇ, ਜਿਹਦੇ ਕਰਕੇ ਵੀ ਜ਼ਿਆਦਾ ਜਿਹੜੇ ਟੈਸਟ ਆ ਨਾ ਵੀ ਉੱਥੋਂ ਹੀ ਲੈਬੋਰਟਰੀ ਦੇ ਥਰੂ ਹੁੰਦੇ ਆ ਤੇ ਲੈਬੋਰਟਰੀ ਤੱਕ ਪਹੁੰਚਣ ਲਈ ਜਾਣੀ ਕਿ ਰਾਹਾਂ ਦੇ ਵਿੱਚ ਹੀ ਉਹ ਜਿਹੜੇ ਇਸ ਤਰੀਕੇ ਦੇ ਨਾਲ ਪਲੈਨਡ ਜਾਲ ਆ ਜਿਹੜਾ ਠੱਗਣੀਆਂ ਨੇ ਉਹ ਧੰਦੇ ਕਾਰਾਂ ਨੇ ਹਨਾ ਵਿਛਾਇਆ ਤੇ ਉੱਥੇ ਹੀ ਜਾਣੀ ਘੇਰ ਲਿਆ ਜਾਂਦਾ ਵੀ ਅੱਛਾ ਜੀ ਕੰਮ ਕਰਾਉਣਾ, ਅੱਛਾ ਜੀ ਤੁਸੀਂ ਟੈਸਟ ਕਰਾਉਣਾ ਤੇ ਆਓ ਜੀ ਕਰਾ ਦਿੰਦੇ ਆ ਜੀ, ਛੇਤੀ ਹੋ ਜਾਏਗਾ ਜੀ, ਨੈਗੇਟਿਵ ਲੈਣਾ ਤੇ ਮਿਲ ਜਾਏਗਾ ਜੀ। ਸੋ ਉਹਦੇ ਵਿੱਚ ਜਾਣੀ ਕਿ ਵੀ ਇਹ ਜਿਹੜੀ ਹੁਣ ਕਰਪਟ ਸੋਚ ਆ ਜਾਣੀ ਕਿ ਵੀ ਉਹ ਤੇ ਹੁਣ ਭਾਰਤ ਦੇ ਵਿੱਚ ਲਗਭਗ ਪ੍ਰਬਲ ਕਰਦੀ ਆ। ਆਪਾਂ ਸਾਰੇ ਉੱਥੋਂ ਹੀ ਆਏ ਆ ਤੇ ਵੀ ਉਹ ਇਕੱਲੇ ਉਹਨਾਂ ਧੰਦੇਕਾਰਾਂ ਦੇ ਵਿੱਚ ਹੀ ਨਹੀਂ ਜਾਣੀ ਕਿ ਜਿਹੜੇ ਮੁਸਾਫਰ ਦੇ ਤੌਰ ਤੇ ਵੀ ਲੋਕਾਂ ਨੇ ਆਉਣਾ ਹੁੰਦਾ ਉਹਨਾਂ ਦੇ ਮਨ ਦੇ ਵਿੱਚ ਵੀ ਹੁੰਦਾ ਵੀ ਜਲਦੀ ਨਾਲ ਕੰਮ ਕਰਾ ਲਈਏ, ਚਲੋ ਜੇ 4 ਪੈਸੇ ਦੇਣੇ ਵੀ ਪੈ ਜਾਣ ਤੇ ਕੋਈ ਏਡੀ ਵੱਡੀ ਗੱਲ ਨਹੀਂ ਜੀ। ਹੁਣ ਇਹਦੇ ਵਿੱਚ ਇਸ ਵਿੱਚ ਜਿਹੜੇ ਲੋਕ ਵਾਕਿਆ ਹੀ ਇਸ ਵਧੀਕੀ ਦਾ ਸ਼ਿਕਾਰ ਹੋ ਰਹੇ ਆ ਵੀ ਉਹ ਬਿਲਕੁਲ ਆਪਣੇ ਆਪ ਦੇ ਵਿੱਚ ਤੰਦਰੁਸਤ ਨੇ, ਉਹ ਸਮੇਂ ਸਿਰ ਉੱਥੇ ਪਹੁੰਚੇ ਵੀ ਆ, ਉਹ ਪੈਸੇ ਤੋਂ ਬਿਨਾਂ ਆਪਣਾ ਕੰਮ ਕਰਾਉਣਾ ਚਾਹੁੰਦੇ ਆ, ਉਹਨਾਂ ਨੂੰ ਵੀ ਜਾਣੀ ਕਿ ਵੀ ਇਹ ਕਹਿ ਲਓ ਵੀ ਕਣਕ ਦੇ ਨਾਲ ਘੁਣ ਪਿਸਣ ਵਾਲੀ ਗੱਲ ਆ ਵੀ ਇਹ ਜਿਹੜਾ ਪੈਸੇ ਆ ਕਈ ਵਾਰੀ ਮੱਲੋ ਮੱਲੀ ਦੇਣੇ ਪੈਂਦੇ ਆ ਵੀ ਉਹਨਾਂ ਨੂੰ ਡਰਾ ਲਿਆ ਜਾਂਦਾ ਵੀ ਨਹੀਂ ਤੇ ਤੁਹਾਡੀ ਰਿਪੋਰਟ ਲੇਟ ਹੋ ਜਾਏਗੀ, ਨਹੀਂ ਤੇ ਹੋ ਸਕਦਾ ਜੀ ਵੀ ਇਹ ਪੋਜ਼ਿਟਿਵ ਆ ਜਾਵੇ, ਫਿਰ ਕੀ ਕਰੋਗੇ, ਏਦਾਂ ਦੀਆਂ ਕਹਾਣੀਆਂ। ਰਾਈਟ। ਪਰ ਹੁਣ ਦੂਸਰੇ ਪਾਸੇ ਉੱਥੇ ਜਿਹੜੀਆਂ ਏਅਰਪੋਰਟ ਅਥਾਰਟੀਜ਼ ਆ ਜਾਂ ਫਿਰ ਏਅਰ ਕੈਨੇਡਾ ਆ ਉਹਨਾਂ ਦੇ ਕੋਲ ਜੇ ਕੋਈ ਵਿਕਟਮਸ ਹੈਗੇ ਵੀ ਆ ਵੀ ਉੱਥੇ ਪੈਸੇ ਉਹਨਾਂ ਕੋਲੋਂ ਮਤਲਬ ਜਿਹੜੀ ਲਏ ਗਏ ਆ ਉਹਨਾਂ ਨੂੰ ਦੇਣੇ ਪਏ ਵਾਧੂ ਤੇ ਪਰ ਕੋਈ ਉਹਨਾਂ ਦੇ ਕੋਲ ਕੋਈ ਫੈਕਟ ਬੇਸਡ ਇਸ ਤਰ੍ਹਾਂ ਦੀ ਰਿਪੋਰਟ ਕੋਈ ਕੰਪਲੇਂਟ ਨਹੀਂ ਪਹੁੰਚੀ ਜਿਹਦੇ ਬੇਸ ਤੇ ਉਹ ਕੋਈ ਉੱਥੇ ਇਨਵੈਸਟੀਗੇਸ਼ਨ ਕਰ ਸਕਣ, ਫਾਈਂਡ ਆਊਟ ਕਰ ਸਕਣ ਵੀ ਇਹ ਕੀ ਕੁਝ ਚੱਲ ਰਿਹਾ। ਇਹ ਤੇ ਹੋ ਸਕਦਾ ਵੀ ਉੱਥੇ ਜੇ ਆਪਾਂ ਕਹਿੰਦੇ ਆ ਵੀ ਸਿਸਟਮ ਵਾਲੀਆਂ ਕਹਿੰਦੇ ਵੀ ਸਾਨੂੰ ਕੀੜੀ ਵੀ ਤੁਰੀ ਜਾਂਦੀ ਦਿਸਦੀ ਆ ਵੀ ਏਅਰਪੋਰਟ ਦੇ ਅਫੀਸ਼ੀਅਲਸ ਨੂੰ ਇਹ ਪਤਾ ਹੀ ਨਾ ਹੋਵੇ ਵੀ ਉੱਥੇ ਲੈਬ ਦੇ ਬਾਹਰ ਇਸ ਤਰ੍ਹਾਂ ਦਾ ਜਾਲ ਆ ਜਿਹੜਾ ਜੀ ਵੀ ਉਹ ਚੀਟਰਸ ਨੇ ਵਿਛਾਇਆ ਹੋਇਆ ਧੰਦਾ ਤੇ ਇਹ ਰਲ ਮਿਲ ਕੇ ਚੱਲਦਾ ਹੋਊਗਾ ਜੀ। ਪਰ ਜਦੋਂ ਵਿਕਟਮਸ ਦੀਆਂ ਰਿਪੋਰਟਸ ਅਰਸ਼ ਵੱਡੀ ਤਾਦਾਦ ਦੇ ਵਿੱਚ ਉਹਨਾਂ ਕੋਲ ਪਹੁੰਚਣਗੀਆਂ ਤੇ ਉਹਨਾਂ ਨੂੰ ਕੋਈ ਨਾ ਕੋਈ ਐਕਸ਼ਨ ਇਹਦੇ ਵਿੱਚ ਚੇਂਜ
ਪੋਜ਼ਿਟਿਵਲੀ ਕਰਨੀ ਪਏਗੀ। ਬਿਲਕੁਲ। ਤੇ ਨਹੀਂ ਤੇ ਅਦਰਵਾਈਜ਼ ਜਦੋਂ ਵੀ ਤੁਸੀਂ ਉਹਨਾਂ ਨਾਲ ਗੱਲ ਕਰੋਗੇ ਉਹ ਕਹਿੰਦੇ ਜੀ ਕੰਪਲੇਂਟ ਸ਼ਿਕਾਇਤ ਤੇ ਕੋਈ ਆਈ ਨਹੀਂ ਆ। ਹੁਣ ਪੁਲਿਸ ਕੋਲ ਵੀ ਕੋਈ ਗੱਲ ਕਹੋ ਜੀ ਏਦਾਂ ਹੋ ਗਿਆ, ਉਹ ਕਹਿੰਦੇ ਕੋਈ ਕੰਪਲੇਂਟ ਸ਼ਿਕਾਇਤ ਨਹੀਂ। ਬਿਲਕੁਲ ਏਦਾਂ ਹੀ ਏਅਰ ਕੈਨੇਡਾ ਆ, ਜਦੋਂ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਸਾਡੇ ਕੋਲ ਕੰਪਲੇਂਟ ਕੋਈ ਆਈ ਨਹੀਂ। ਸੋ ਇਸ ਕਰਕੇ ਵੀ ਜੇ ਕੋਈ ਭੈਣ ਭਰਾ ਨੂੰ ਇਸ ਤਰ੍ਹਾਂ ਦੀ ਵਧੀਕੀ ਹੋਈ ਲੱਗਦੀ ਆ ਵੀ ਜਾਣੀ ਇਹ ਆਪਾਂ ਕਹਿੰਦੇ ਆ ਵੀ ਲੁੱਟ ਦਾ ਮਾਰ ਦਾ ਧੰਦਾ ਆ ਜਿਹੜਾ ਕੋਈ ਵੀ ਚਮਕਦਾ ਉਹਨਾਂ ਦੇਸ਼ਾਂ ਦੇ ਵਿੱਚ, ਤੇ ਉੱਥੋਂ ਲੋਕ ਜਿਹੜੇ ਜੀ ਵੀ ਦੋ ਟੱਚ ਚੁੱਕ ਕੇ ਜਦੋਂ ਇੱਥੇ ਪਹੁੰਚੇ ਦਿਮਾਗਾਂ ਦੇ ਵਿੱਚ ਕੂੜਾ ਬੇਈਮਾਨੀਆਂ ਵਾਲਾ ਉਹ ਨਾਲ ਲੈ ਆਂਦਾ। ਇੱਥੇ ਆ ਕੇ ਵੀ ਲੁੱਟ ਦੇ ਧੰਦੇ ਜੇ ਚਮਕਦੇ ਆ ਤੇ ਉਹਦੇ ਵਿੱਚ ਬਹੁਤ ਵੱਡਾ ਰੋਲ ਹੁੰਦਾ ਉਹਨਾਂ ਵਿਕਟਮਸ ਦਾ ਜਿਹੜੇ ਕਿ ਚੁੱਪ ਰਹਿਣ 'ਚ ਆਪਣਾ ਭਲਾ ਸਮਝਦੇ ਆ। ਚੁੱਪ ਰਹਿਣ 'ਚ ਆਪਣਾ ਭਲਾ ਸਮਝਦੀਆਂ ਵੀ ਸਾਡਾ ਕੰਮ ਹੋ ਗਿਆ, ਚਲੋ ਛੱਡੋ ਆਪਾਂ ਕੀ ਲੈਣਾ। ਇਹੀ ਉਹ ਧੰਦਾਕਾਰ ਬੇਈਮਾਨ ਲੋਕ ਜਿਹੜੇ ਫਿਰ ਘੁਣ ਵਾਂਗੂ ਸਿਸਟਮ ਨੂੰ ਲੱਗਦੇ ਆ ਤੇ ਚੰਗੇ ਭਲੇ ਸਿਸਟਮ ਨੂੰ ਬਰਬਾਦ ਕਰਦੇ ਆ ਤੇ ਕਰਦੀਆਂ ਆ। ਉਹ ਕੁਝ ਕੈਨੇਡਾ ਦੇ ਵਿੱਚ ਦਹਾਕਿਆਂ ਤੋਂ ਹੁੰਦਾ ਤੁਸੀਂ ਦੇਖ ਰਹੇ ਹੋ, ਜਿਹੜਾ ਉੱਥੇ ਸਾਡੇ ਦੇਸ਼ ਸਮੇਤ ਮਤਲਬ ਬੇਈਮਾਨ ਮਾਨਸਿਕਤਾ ਵਿਦੇਸ਼ਾਂ ਤੋਂ ਇੱਥੇ ਲਿਆ ਕੇ ਇੰਪੋਰਟ ਕੀਤੀ ਜਾਂਦੀ ਆ। ਉਹਦੇ ਨਾਲ ਘੁਣ ਵਾਂਗੂ ਇਹ ਸਿਸਟਮ ਜਿਹੜਾ ਉੱਜੜ ਰਿਹਾ ਅੱਖੀਂ ਆਪਾਂ ਦੇਖ ਰਹੇ ਹਾਂ, ਪਰ ਕੁਝ ਕਰ ਨਹੀਂ ਪਾ ਰਹੇ ਜਾਂ ਕੁਝ ਕਰਨਾ ਹੀ ਨਹੀਂ ਚਾਹੁੰਦੇ ਵੀ ਆਪਾਂ ਇਹ ਸਰਕਾਰ ਹੀ ਕਰੇ ਜੋ ਕਰੇ, ਹਨਾ। ਜਦ ਕਿ ਸਿਸਟਮ ਨੂੰ ਬਚਾਉਣ ਦੇ ਵਿੱਚ ਲੋਕਾਂ ਦਾ ਇਕੁਅਲ ਪਾਰਟੀਸਪੇਸ਼ਨ ਉਹਨਾਂ ਦਾ ਰੋਲ ਹੈ। ਇੱਥੋਂ ਦਾ ਸਿਸਟਮ ਇਹ ਮੰਗ ਕਰਦਾ ਵਿੱਚ ਤੁਹਾਨੂੰ ਕੁਝ ਪਤਾ ਤੇ ਦੱਸੋ, ਤੇ ਜੇ ਤੁਸੀਂ ਦੱਸਣਾ ਹੀ ਨਹੀਂ ਤੇ ਇਹੀ ਤੇ ਉਹ ਜਿਹੜੇ ਆਪਣਾ ਲੁੱਟਾਂ ਮਾਰਾਂ ਕਰਨ ਵਾਲੇ ਤੇ ਵਾਲੀਆਂ ਆ ਬੇਈਮਾਨੀਆਂ, ਭਾਵੇਂ ਉਹ LMIਆਂ ਵੇਚ ਰਹੀਆਂ, ਭਾਵੇਂ ਉਹ ਜੋਬ ਲੈਟਰਸ ਵੇਚ ਰਹੀਆਂ, ਭਾਵੇਂ ਉਹ ਲੋਕਾਂ ਦੀ ਤਨਖਾਹ ਮਾਰ ਰਹੀਆਂ, ਜਾਂ ਜੋ ਵੀ ਚੋਰ ਬਜ਼ਾਰੀ ਇੱਥੇ ਕਿਹੜੇ ਬਿਜ਼ਨਸ 'ਚ ਕੀ ਨਹੀਂ ਹੋ ਰਹੀ, ਤੁਹਾਨੂੰ ਕਿਹੜੀ ਗੱਲ ਦਾ ਨਹੀਂ ਪਤਾ, ਉਹ ਤਦ ਹੋ ਰਹੀ ਹੈ ਕਿਉਂਕਿ ਭੈਣ ਭਰਾਓ ਤੁਸੀਂ ਆਪ ਚੁੱਪ ਹੋ। ਤੁਸੀਂ ਆਪ ਚੁੱਪ ਹੋ, ਇਹ ਦੜ ਵੱਟ ਚੁੱਪ। ਤੁਹਾਨੂੰ ਕੈਨੇਡਾ ਤੱਕ ਵੀ ਮਾਰ ਜਿਹੜੀ ਆ ਉਹ ਕਰੇਗੀ, ਕਰ ਰਹੀ ਆ ਆਲਰੇਡੀ। ਸੋ ਇਸ ਕਰਕੇ ਵੀ ਜੇ ਦਿੱਲੀ ਦੇ ਏਅਰਪੋਰਟ ਤੇ ਕਿਸੇ ਨਾਲ ਕੋਈ ਵਧੀਕੀ ਇਸ ਤਰ੍ਹਾਂ ਦੀ ਹੁੰਦੀ ਆ, ਉਹਦੀ ਫੈਕਟ ਬੇਸ ਜਿਹੜੀ ਆ ਉੱਥੇ ਰਿਪੋਰਟ ਕਰਨ ਤੋਂ ਤੁਸੀਂ ਡਰਦੇ ਆ ਜਾਂ ਡਰਦੀਆਂ ਆ। ਵੈਸੇ ਤੇ ਡਰ ਵਾਲੀ ਗੱਲ ਸਮਝ ਨਹੀਂ ਆਈ, ਓਦਾਂ ਆਪਾਂ ਅਣਖ ਤੇ ਗੈਰਤ ਤੇ ਹੋਰ ਪਤਾ ਨਹੀਂ ਕੀ ਆ। ਤੇ ਜੇ ਤੁਹਾਡੇ ਨਾਲ ਕੋਈ ਘਟਨਾ ਵਾਪਰਦੀ ਆ ਤੇ ਰਿਪੋਰਟ ਕਰਨ ਤੋਂ ਬਕਾਇਦਾ ਅਸੀਂ ਡਰ ਗਏ ਆ ਜੀ, ਹਾਂਜੀ। ਸੋ ਇਸ ਕਰਕੇ ਵੀ ਉਹ ਡਰ ਜਿਹੜਾ ਇਹ ਧੰਦੇ ਚਮਕਾਉਣ ਵਾਲੇ ਬੇਈਮਾਨ ਤੇ ਬੇਈਮਾਨਣੀ ਲੋਕਾਂ ਨੂੰ ਬਹੁਤ ਰਾਸ ਆਉਂਦਾ। ਸੋ ਇਸ ਕਰਕੇ ਜਿੰਨਾ ਚੱਲ ਡਰੀ ਚੱਲੋਗੇ, ਉਸ ਦੇਸ਼ ਤੋਂ ਡਰ ਕੇ ਆਪਾਂ ਟੈਚ ਚੁੱਕ ਕੇ ਇੱਥੇ ਆ ਗਏ, ਇੱਥੇ ਵੀ ਡਰੀ ਜਾ ਰਹੇ ਆ ਤੇ ਫਿਰ ਹੁਣ ਗਾਂ ਤੇ ਜਹਾਨ ਖਤਮ ਹੈ। ਸੋ ਇਸ ਕਰਕੇ ਏਅਰ ਕੈਨੇਡਾ ਦੇ ਕੋਲ ਅਫੀਸ਼ੀਅਲੀ ਰਿਪੋਰਟ ਕੀਤੀ ਜਾ ਸਕਦੀ ਹੈ ਵੀ ਦਿੱਲੀ ਦੇ ਏਅਰਪੋਰਟ ਤੇ ਜਿਹੜੀ ਤੁਸੀਂ ਮਾਨਤਾ ਪ੍ਰਾਪਤ ਲੈਬੋਰਟਰੀ ਕਹਿੰਦੇ ਹੋ ਉੱਥੇ ਹਾਲ ਆਇਆ, ਜਦੋਂ ਉਹਨਾਂ ਦੇ ਕੋਲ ਕੋਈ 10, 20, 50 ਰਿਪੋਰਟਸ ਪਹੁੰਚ ਜਾਣਗੀਆਂ, ਉਹਨਾਂ ਨੂੰ ਕੁਝ ਐਕਸ਼ਨ ਉਹਦੇ ਤੇ ਲੈਣਾ ਪਏਗਾ ਵੀ ਉੱਥੇ ਕੀ ਵਾਪਰ ਰਿਹਾ। ਤੇ ਜੇ ਏਦਾਂ ਕੋਈ ਨਹੀਂ ਕਰਦਾ, ਨਹੀਂ ਕਰਦੀ, ਡਰੀ ਜਾ ਰਿਹਾ ਤੇ ਮੈਂ ਪਹੁੰਚ ਗਿਆ, ਮੈਂ ਪਹੁੰਚ ਗਈ, ਬਸ ਠੀਕ ਠਾਕ ਆ, ਤੇ ਫਿਰ ਤੇ ਜੋ ਕੁਝ ਹੋ ਰਿਹਾ ਤੁਹਾਡੇ ਸਾਹਮਣੇ ਹੀ ਹੈ ਜੀ। ਜੌਲ ਸਾਹਿਬ ਟਰੱਕ ਦੀ ਗੱਲ ਕੀਤੀ ਹੈ ਤੇ ਟਰੱਕਾਂ ਦਾ ਜੋ ਅਹੁਦਾ ਹੈ ਸਾਡੇ ਸੋਸਾਇਟੀ ਦੇ ਵਿੱਚ ਇਜ਼ ਅ ਵੈਰੀ ਮੇਨ ਸੋਰਸ ਆਫ ਟਰਾਂਸਪੋਰਟੇਸ਼ਨ, ਚਾਹੇ ਉਹ ਖਾਣ ਪੀਣ ਦਾ ਹੋਵੇ ਜਾਂ XYZ ਜੋ ਵੀ ਹੈ ਮੇਨ ਟਰਾਂਸਪੋਰਟੇਸ਼ਨ, ਜਾਂ ਫਿਰ ਏਅਰਪਲੇਨਸ ਨੇ ਜਾਂ ਸਾਡੇ ਲੋਕਲ ਔਨ ਗਰਾਊਂਡ ਟਰੱਕਸ ਨੇ। ਤੇ ਲਿਮਿਟਿਡ ਸਪਲਾਈ ਆਫ ਗੁੱਡਸ ਜਾਂ ਫਿਰ ਫੂਡ ਕਹਿ ਲਓ ਜਾਂ ਗਰੋਸਰੀ ਸਟੋਰ ਦੇ ਵਿੱਚ ਫੇਸ ਕਰਨ ਨੂੰ ਹੁਣ ਟਾਈਮ ਆ ਗਿਆ, ਪਰੰਤੂ ਜੋ ਜਿਹੜੇ 2 ਹਫ਼ਤੇ ਦੇ ਜਿਹੜੇ ਕੋਵਿਡ ਦੇ ਰਿਸਟ੍ਰਿਕਸ਼ਨ ਸਨ ਕਿ ਉਹਨਾਂ ਨੂੰ ਟੀਕੇ ਲਵਾਉਣੇ ਪੈਣੇ ਆ। ਫੂਡ ਸਿਕਿਉਰਿਟੀ ਹੁਣ ਧਮਕੀ ਦੇ ਰਹੀ ਹੈ ਜੀ, ਥ੍ਰੈਟਨ ਕਰ ਰਹੀ ਹੈ ਕੈਨੇਡਾ ਸਰਕਾਰ ਨੂੰ ਕਿ ਸ਼ਾਇਦ ਸਾਨੂੰ ਕਈ ਗਰੋਸਰੀ ਸਟੋਰਸ ਬੰਦ ਕਰਨੇ ਪੈਣ ਡਿਊ ਟੂ ਲਿਮਿਟਿਡ ਸਪਲਾਈਜ਼। ਹਾਂ ਅਰਸ਼, ਇਹ ਔਨਗੋਇੰਗ ਜਾਨੀ ਕਿ ਦੱਸਿਆ ਪਿਆ ਵੀ ਇਹ ਕੋਵਿਡ ਕਰਕੇ ਸਿਚੁਏਸ਼ਨ ਬੜੀ ਪ੍ਰੋਲੋਂਗ ਹੋ ਗਈ ਆ ਪੈਂਡੈਮਿਕ ਦੀ, ਤੇ ਉਹਦੇ ਵਿੱਚ ਜਿਹੜਾ ਜੀ ਖਾਸ ਤੌਰ ਤੇ ਕਿਉਂਕਿ ਕੈਨੇਡਾ ਦੇਸ਼ ਬਹੁਤ ਵਿਸ਼ਾਲ ਤੇ ਵੱਡਾ ਆ, ਪਾਪੂਲੇਸ਼ਨ ਥੋੜ੍ਹੀ ਆ, ਪਰ ਜਿੱਥੇ ਜਿੱਥੇ ਵੀ ਪਾਪੂਲੇਸ਼ਨ ਸਕੈਟਰਡ ਆ, ਰਿਮੋਟ ਏਰੀਆਜ਼ ਆ ਜਾਂ ਫਿਰ ਰੂਰਲ ਏਰੀਆਜ਼ ਆ, ਕਿ ਉੱਥੋਂ ਦੀ ਸਪਲਾਈ ਚੇਨ ਜਿਹੜੀ ਮੋਰ ਜਾਣੀ ਕਿ ਅਰਬਨ ਏਰੀਆਜ਼ ਦੇ ਮੁਕਾਬਲੇ ਥ੍ਰੈਟਨਡ ਆ। ਤੇ ਜਿਹੜੀਆਂ ਇਹ ਸ਼ੈਲਵਜ਼ ਆ ਸਟੋਰਸ ਦੀਆਂ ਮੋਰ ਐਂਡ ਮੋਰ ਜਿਹੜੀਆਂ ਇਹ ਇੱਧਰ ਜਾਣ ਕਸਟਮਰ ਤੇ ਉਹ ਖਾਲੀ ਨਜ਼ਰ ਆਉਂਦੀਆਂ। ਸੋ ਇਹਦੇ ਕਰਕੇ ਆ ਵੀ ਜੇ ਉੱਥੇ ਹੁਣ ਅੰਦਰ ਸਮਾਨ ਹੀ ਨਹੀਂ ਹੋਊਗਾ ਸਟੋਰ ਵਾਲਿਆਂ ਕੋਲ ਵੇਚਣ ਲਈ, ਤੇ ਫਿਰ ਉਹ ਸਟੋਰ ਕਾਹਦੇ ਲਈ ਖੋਲ ਕੇ ਤੇ ਆਪਣੇ ਖਰਚੇ ਜਿਹੜੇ ਆ ਉਹ ਪਾਉਣਗੇ, ਸਟਾਫ ਨੂੰ ਵੀ ਸੱਦਣਗੇ। ਸੋ ਤਦ ਕਰਕੇ ਆ ਜੀ ਕੁਝ ਸਟੋਰ ਜਿਹੜੇ ਆ ਇਸ ਕਰਕੇ ਰਿਮੋਟ ਏਰੀਆਜ਼ ਦੇ ਵਿੱਚ ਸਪੈਸ਼ਲੀ ਜਾਂ ਰੂਰਲ ਏਰੀਆਜ਼ ਦੇ ਵਿੱਚ ਬੰਦ ਹੋਣ ਦੀ ਨੌਬਤ ਤੱਕ ਹੋ ਸਕਦੇ ਆ। ਤੇ ਦੂਸਰੇ ਪਾਸੇ ਇਹ ਆ ਜੀ ਵੀ ਜਿਹੜਾ ਸਟਾਫ ਆ ਵੀ ਜੇ ਅੰਦਰ ਉਹਨਾਂ ਕੋਲ ਸਮਾਨ ਵੀ ਹੈਗਾ, ਤੇ ਆਪਾਂ ਦੇਖ ਰਹੇ ਹਾਂ ਵੀ ਹਰ ਡਿਪਾਰਟਮੈਂਟ ਦੇ ਵਿੱਚ ਜੇ ਸਟਾਫ ਦੀ ਘਾਟ ਕਰਕੇ ਜਿਹੜਾ ਜੀ ਵੀ ਉਹਨੂੰ ਓਪਰੇਟ ਕਰਨਾ ਔਖਾ ਹੋ ਰਿਹਾ। ਤੇ ਇਹ ਸਟੋਰਸ ਦੇ ਵਿੱਚ ਵੀ ਇੱਦਾਂ ਹੀ ਆ, ਗਰੋਸਰੀ ਸਟੋਰਸ ਦੇ ਵਿੱਚ ਵੀ ਉੱਥੇ ਵੀ 30% ਤੱਕ ਬਹੁਤ ਸਾਰੇ ਏਰੀਆਜ਼ ਦੇ ਵਿੱਚ ਜਿਹੜੇ ਲੋਕ ਆ ਉਹ ਕੋਵਿਡ ਕਰਕੇ ਸਿੱਖ ਉਹਨਾਂ ਨੇ ਕਾਲ ਕਰਨੀ,
ਚਲੋ ਵੀ ਆਪਣੀ ਸੇਫਟੀ ਲਈ ਬੈਟਰ ਸਮਝੀ ਹੋਈ ਆ, ਜਿਹਦੇ ਕਰਕੇ ਜਾਣੀ ਕਾਫੀ ਸਾਰੀਆਂ ਇਹ ਦਿੱਕਤਾਂ ਕੋਵਿਡ ਦੇ ਕਰਕੇ ਸਪਲਾਈ ਚੇਨ ਵੀ ਹੈ ਤੇ ਜਾਂ ਫਿਰ ਸਟਾਫ ਦਾ ਵੀ ਇਹ ਸ਼ਾਰਟੇਜ ਹੈਗੀ ਆ। ਹੁਣ ਪ੍ਰੋਡਕਟਸ ਦੀ ਸ਼ਾਰਟਸ ਜਿਹੜੀ ਉਹਦੇ ਨਾਲ ਹੀ ਆਉਣੀ ਸ਼ੁਰੂ ਹੋ ਗਈ ਆ। ਸੋ ਕੁੱਲ ਮਿਲਾ ਕੇ ਜਾਣੀ ਇਹ ਦੇਖਿਆ ਜਾ ਰਿਹਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਕੁਝ ਏਰੀਆ ਦੇ ਵਿੱਚ ਇਸ ਕਰਕੇ ਜਿਹੜੇ ਕੈਨੇਡਾ ਦੇ ਵਿੱਚ ਸਟੋਰਸ ਆ ਜਿਹੜੇ ਗਰੋਸਰੀ ਦੇ ਉਹ ਬੰਦ ਕਰਨੇ ਪੈ ਜਾਣ ਕਿ ਵੀ ਇਹ ਸਿਚੁਏਸ਼ਨ ਅਜਿਹੀ ਬਣ ਰਹੀ ਆ, ਜਿਹਦੇ ਕਰਕੇ ਖਾਸ ਤੌਰ ਤੇ ਜਿਹੜੀ ਰਿਮੋਟ ਏਰੀਆਜ਼ ਆ ਨਾ ਜੀ ਵੀ ਉੱਥੇ ਲੋਕਾਂ ਨੂੰ ਫੂਡ ਸਿਕਿਉਰਿਟੀ ਜਿਸ ਤਰ੍ਹਾਂ ਤੁਸੀਂ ਦੱਸਿਆ ਇਹ ਅੰਡਰ ਥ੍ਰੈਟ ਹੈ ਜੀ ਰਿਪੋਰਟ ਦੇ ਮੁਤਾਬਕ। 905 813 1320 ਤੁਸੀਂ ਵੀ ਕੋਈ ਗੱਲ ਕਰਨਾ ਚਾਹੁੰਦੇ ਹੋ ਜੌਲ ਸਾਹਿਬ ਦੇ ਨਾਲ ਤੇ ਸਾਡੇ ਲਾਈਨਸ ਹੁਣ ਓਪਨ ਹੋ ਚੁੱਕੇ ਨੇ। ਯੂ ਕੈਨ ਗਿਵ ਅਸ ਅ ਕਾਲ 9058131320 905 813 1320। ਕੈਨੇਡਾ ਰਿਕਵਰੀ ਸਿਕਨੈਸ ਬੈਨੀਫਿਟ CRSB ਪੇ ਕਰੀ ਹੈ ਜੀ 6 days ਫॉर ਅਵੇਲੇਬਲ ਵਰਕਰਸ ਇਨ ontario। ਇਹ ਵੀ ਇੱਕ ਵਧੀਆ ਗੱਲ ਹੈ ਜੀ। ਹਾਂ ਬਿਲਕੁਲ। ਵੈਸੇ ਨਾ ਕੱਲ ਟੋਰੋਂਟੋ ਦੇ ਵਿੱਚ ਅਰਸ਼ ਜਿਹੜੇ ਚੀਫ ਮੈਡੀਕਲ ਆਫਿਸਰ ਹੈ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਪੀਕ ਆ ਜਿਹੜੀ ਚੋਟੀ ਤੇ ਸ਼ਾਇਦ ਪਹੁੰਚ ਚੁੱਕੇ ਹਾਂ ਵੀ ਜਿੰਨੇ ਕੁ ਓਮਿਕਰੋਨ ਦੇ ਕੇਸ ਵੱਧ ਆਉਣੇ ਸੀ ਹੁਣ ਇਹ ਡਿਕਲਾਈਨ ਹੋਣ ਵਾਲੇ ਪਾਸੇ ਨੂੰ ਜਿਹੜੇ ਆਉਣ ਵਾਲੇ ਦਿਨਾਂ 'ਚ ਜਾ ਸਕਦੇ ਆ। ਸ਼ੁਕਰ ਹੈ। ਪਰ ਦੂਸਰੇ ਪਾਸੇ ਸਾਡੇ ਜਿਹੜੇ ਵਰਲਡ ਹੈਲਥ ਆਰਗੇਨਾਈਜੇਸ਼ਨ ਵਾਲੇ ਆ ਵੀ ਸੰਸਾਰ ਸਿਹਤ ਸੰਗਠਨ ਉਹ ਕਹਿੰਦੇ ਆ ਜੀ ਵੀ ਇਹੋ ਜਿਹੀ ਅਜੇ ਕੋਈ ਗੱਲ ਨਹੀਂ ਹੈਗੀ ਵੀ ਕੋਈ ਵੀ ਦੇਸ਼ ਆ ਜਿਹੜਾ ਅਜੇ ਇਹ ਓਮਿਕਰੋਨ ਦੇ ਫੈਲਾਅ ਦੇ ਖਤਰੇ ਤੋਂ ਬਾਹਰ ਨਹੀਂ ਆਇਆ। ਭਾਰਤ ਦੇ ਵਿੱਚ ਵੀ ਦੇਖਿਆ ਜੀ ਵੀ ਅੱਜ ਵੀ 400 ਤੋਂ ਜ਼ਿਆਦਾ ਲੋਕਾਂ ਦੀ ਜਾਨ ਕੋਵਿਡ ਕਰਕੇ ਗਈ ਆ। ਪਰ ਸਾਡੇ ਇੱਥੇ ਕੁੱਲ ਮਿਲਾ ਕੇ ਓਨਟਾਰੀਓ ਦੇ ਵਿੱਚ ਜੋ ਕੈਨੇਡਾ ਦੇ ਵਿੱਚ ਸਿਚੁਏਸ਼ਨ ਆ ਜੀ ਵੀ ਜਿਹੜੇ ਵਰਕਰਸ ਆ ਪਿਛਲੇ ਦਿਨਾਂ ਤੋਂ ਕਾਫੀ ਉਹ ਕਾਲ ਸਾਨੂੰ ਵੀ ਕਰਕੇ ਪਤਾ ਕਰਨ ਦੀ ਕੋਸ਼ਿਸ਼ ਦੇ ਵਿੱਚ ਹਨ ਕਿ ਵੀ ਜੇ ਅਸੀਂ ਸਿੱਖ ਕਾਲ ਕਰਦੇ ਹਾਂ ਤੇ ਸਾਡਾ ਜਿਹੜਾ ਜੀ ਸਾਨੂੰ ਕੋਈ ਤਨਖਾਹ ਜਿਹੜੀ ਆ ਫਿਰ ਉਹ ਨਹੀਂ ਮਿਲੂਗੀ ਕਿ ਜਾਂ ਕੋਈ ਬੈਨੀਫਿਟ ਹੈਗਾ। ਸੋ ਉਸ ਲਿਹਾਜ਼ ਨਾਲ ਪਿਛਲੇ ਦਿਨਾਂ ਤੋਂ ਇਹ CRB ਤਾਂ ਭਾਵੇਂ ਚਲੋ ਬੰਦ ਹੋ ਗਿਆ ਸੀਗਾ ਪਰ ਕੈਨੇਡੀਅਨ ਗਵਰਨਮੈਂਟ ਨੇ ਵੀ ਅਰਸ਼ ਜਿਹੜਾ ਇਹ CRSB ਆ ਜਾਂ ਕੈਨੇਡਾ ਰਿਕਵਰੀ ਸਿਕਨੈਸ ਬੈਨੀਫਿਟ ਆ ਵੀ ਇਹ ਅਜੇ ਤੱਕ ਵੀ ਵੈਲਿਡ ਆ ਵੀ ਜੇ ਕੋਈ ਵਿਅਕਤੀ ਜਿਹੜਾ ਵੀ ਕੋਵਿਡ ਤੋਂ ਪੋਜ਼ਿਟਿਵ ਹੋ ਗਏ ਨੇ ਜਾਂ ਕੋਵਿਡ ਤੋਂ ਪੋਜ਼ਿਟਿਵ ਕਿਸੇ ਫੈਮਿਲੀ ਮੈਂਬਰ ਦਾ ਉਹਨਾਂ ਨੂੰ ਖਿਆਲ ਰੱਖਣਾ ਪੈਂਦਾ ਜੀ ਤੇ ਵੀ ਉਸ ਲਿਹਾਜ਼ ਨਾਲ ਉਹ ਜਿਹੜਾ ਜੀ ਵੀ ਆਪਣਾ ਇਹ CRSB ਅਪਲਾਈ ਕਰ ਸਕਦੇ ਆ ਜੋ ਕਿ ਵੀਕਲੀ $450 ਤੇ ਉਹਨਾਂ ਨੂੰ ਮਿਲ ਹੀ ਜਾਣੇ ਆ। ਵੈਸੇ 500 ਆ ਪਰ $50 ਉਹ ਟੈਕਸ ਕੱਟ ਲੈਂਦੇ ਆ ਤੇ ਇਹ ਜਿਹੜਾ ਬੈਨੀਫਿਟ ਹੈ ਜੀ ਵੀ ਇਹ ਮੈਕਸੀਮਮ 6 ਹਫ਼ਤਿਆਂ ਦੇ ਲਈ ਜਾਣੀ ਕਿ ਅਵੇਲੇਬਲ ਹੁੰਦਾ ਤੇ 6 ਹਫ਼ਤੇ ਜਿਹੜੇ ਆ ਜੀ ਵੀ ਜਾਣੀ ਕਿ ਇਹਨੂੰ ਐਵਰੀ ਵੀਕ ਫਿਰ ਵਿਅਕਤੀ ਨੂੰ ਅਪਲਾਈ ਕਰਨਾ ਪੈਂਦਾ ਸੋ ਹਰੇਕ ਹਫ਼ਤੇ। ਸੋ ਇਹ ਜਿਹੜਾ ਬੈਨੀਫਿਟ ਹੈ ਜੀ ਵੀ ਅਜੇ ਤੱਕ ਵੀ ਜਾਣੀ ਕਿ 7 ਮਈ ਇਸ ਸਾਲ ਤੱਕ ਵੀ ਅਵੇਲੇਬਲ ਰਹੂਗਾ ਲੋਕਾਂ ਦੇ ਵਾਸਤੇ ਜਿਹੜੇ ਕਿ ਕੋਵਿਡ ਤੋਂ ਅਫੈਕਟਡ ਹੈਗੇ ਆ। ਸੋ ਜੋ ਪਹਿਲਾਂ ਉਹ CERB ਵਾਲੇ ਗੱਫੇ ਜਾਂ CRB ਵਾਲੇ ਗੱਫੇ ਤਾਂ ਬੰਦ ਆ ਪਰ ਕੋਵਿਡ ਨਾਲ ਜਿਹੜਾ ਕੋਈ ਪੇਸ਼ੈਂਟ ਪੋਜ਼ਿਟਿਵ ਹੋ ਗਿਆ ਜਾਂ ਉਹਨੂੰ ਕਿਸੇ ਆਪਣੇ ਫੈਮਿਲੀ ਦੇ ਵਿੱਚ ਪੋਜ਼ਿਟਿਵ ਫੈਮਿਲੀ ਮੈਂਬਰ ਦਾ ਖਿਆਲ ਰੱਖਣਾ ਪੈਂਦਾ ਤੇ ਉਹ ਇਹ ਬੈਨੀਫਿਟ ਲਈ ਐਲੀਜੀਬਲ ਹੋ ਸਕਦੇ ਆ। ਇੱਦਾਂ ਹੀ ਫਿਰ ਓਨਟਾਰੀਓ ਦੀ ਗਵਰਨਮੈਂਟ ਨੇ ਵੀ ਜਿਹੜਾ ਜੀ ਆਪਣਾ ਪੇਡ ਸਿਕ ਡੇਜ਼ ਵਾਲਾ ਬੈਨੀਫਿਟ ਆ ਉਹ ਐਕਸਟੈਂਡ ਕੀਤਾ ਹੋਇਆ ਓਨਟਾਰੀਓ ਦੇ ਵਰਕਰਸ ਦੇ ਵਾਸਤੇ। ਤੇ ਜੇ ਫਰਜ਼ ਕੀਤਾ ਅਰਸ਼ ਅੱਜ ਕੱਲ੍ਹ ਪਤਾ ਹੀ ਆ ਵੀ ਕਿਸੇ ਨੇ ਆਪਣੀ ਵੈਕਸੀਨ ਲਵਾਉਣ ਜਾਣਾ, ਕਿਸੇ ਨੇ ਬੂਸਟਰ ਸ਼ਾਟ ਲਵਾਉਣ ਜਾਣਾ, ਕਿਸੇ ਨੇ ਹੋਰ ਕੁਛ ਨਾ ਹੋਵੇ ਤੇ ਬੱਚਿਆਂ ਨੂੰ ਜਿਹੜਾ ਜੀ ਉਹ ਵੈਕਸੀਨੇਟ ਕਰਾਉਣ ਦੇ ਲਈ ਲੈ ਕੇ ਜਾਣਾ। ਇਹੋ ਜਿਹੇ ਕੰਮਾਂ ਵਾਸਤੇ ਕੋਵਿਡ ਦੇ ਨਾਲ ਰਿਲੇਟਡ ਵੀ ਜੇ ਕਹਿ ਲਓ ਵੀ ਕੰਮ ਤੇ ਨਹੀਂ ਜਾ ਪਾ ਹੋ ਰਿਹਾ ਤੇ ਫਿਰ ਜਿਹੜਾ ਜੀ ਵੀ ਪੇਡ ਸਿਕ ਲੀਵਸ ਆ ਜਿਹੜੀ ਇਹ ਹੋ ਸਕਦੀ ਆ ਤੇ ਇਹਦੇ ਨਾਲ ਫਿਰ ਆਮ ਤੌਰ ਤੇ ਐਵਰੇਜ ਵੈਸੇ ਓਨਟਾਰੀਓ ਦੇ ਵਿੱਚ 2 ਦਿਨ ਜਿਹੜੇ ਆ ਜੀ ਵੀ ਵਰਕਰਸ ਆ ਇਹ ਇਸ ਬੈਨੀਫਿਟ ਨੂੰ ਲੈ ਰਹੇ ਆ। ਸਿਰਫ ਤੇ ਸਿਰਫ ਆਪਣੇ ਇੰਪਲੋਈ ਨੇ ਜਿਹੜਾ ਇਹ ਇੰਪਲੋਇਰ ਨੂੰ ਇਹੀ ਦੱਸਣਾ ਹੁੰਦਾ ਵੀ ਮੈਂ ਇਹ ਕੋਵਿਡ ਦੇ ਕਰਕੇ ਜਿਹੜਾ ਜੀ ਅੱਜ ਕੰਮ ਤੇ ਨਹੀਂ ਆ ਪਾ ਰਿਹਾ ਨਹੀਂ ਆ ਪਾ ਰਹੀ ਤੇ ਇੰਪਲੋਇਰ ਨੂੰ ਫਿਰ ਪਤਾ ਆ ਵੀ ਇਹ ਜਿਹੜਾ ਬੈਨੀਫਿਟ ਹੈ ਕਿੱਦਾਂ ਗਵਰਨਮੈਂਟ ਦੇ ਕੋਲੋਂ ਲੈਣਾ। ਸੋ ਇੰਪਲੋਇਰ ਨੇ ਆਮ ਜਿਹੜੀ ਪੇ ਆ ਉਹ ਇੰਪਲੋਈ ਨੂੰ ਪੇ ਕਰਦੇ ਰਹਿਣਾ ਹੁੰਦਾ ਤੇ ਉਹਨਾਂ ਨੇ ਜਿਹੜਾ ਜੀ ਵੀ ਕੋਵਿਡ ਕਰਕੇ ਜੇ ਕੋਈ ਇੰਪਲੋਈ ਕੰਮ ਤੇ ਨਹੀਂ ਆਇਆ ਤੇ ਫਿਰ ਇਹ ਗਵਰਨਮੈਂਟ ਕੋਲੋਂ ਬੈਨੀਫਿਟ ਜਿਹੜਾ ਜੀ ਵੀ ਉਹ ਇੰਪਲੋਇਰ ਨੇ ਸਿੱਧਾ ਲੈ ਲੈਣਾ ਹੁੰਦਾ। ਸੋ 31 ਜੁਲਾਈ ਤੱਕ ਇਸ ਸਾਲ ਇਹ ਜਿਹੜਾ ਬੈਨੀਫਿਟ ਵੀ ਓਨਟਾਰੀਓ ਦੀ ਗਵਰਨਮੈਂਟ ਨੇ ਐਕਸਟੈਂਡ ਕੀਤਾ ਹੋਇਆ ਜੀ। ਇੰਡੀਅਨ ਗਵਰਨਮੈਂਟ ਜਿਹੜੀ ਆ ਜੀ CRSB ਬੈਨੀਫਿਟ ਦੇ ਰਹੇ ਨੇ ਜਿਹੜੇ ਲੋਕਾਂ ਨੂੰ ਕੋਵਿਡ ਕਰਕੇ ਅਜੇ ਵੀ ਰਾਹ ਦੇ ਵਿੱਚ ਕੰਮ ਤੇ ਜਾਣ ਦੀਆਂ ਰੁਕਾਵਟਾਂ ਹੈਗੀਆਂ ਜੀ। ਜੌਲ ਸਾਹਿਬ ਅਗਲੀ ਖਬਰ ਕਾਫੀ ਇੰਟਰਸਟਿੰਗ ਹੈ ਐਂਡ ਕਾਫੀਆਂ ਜਿਹੜੇ ਲੋਕ ਨੇ ਸਪੈਸ਼ਲੀ ਜਿਹੜੇ PRs ਨੇ ਸਟੂਡੈਂਟਸ ਨੇ ਜਾਂ ਵਰਕ ਵੀਜ਼ਾ ਵਾਲੇ ਨੇ ਇਹ ਕਾਫੀ ਇਮੀਗ੍ਰੇਸ਼ਨ ਮਿਨਿਸਟਰ ਟੂ ਅਨਾਊਂਸ ਇਮੀਗ੍ਰੇਸ਼ਨ ਪਲਾਨ। ਇਹ ਬਹੁਤ ਵੱਡਾ ਜੋ ਵੇਟ ਹੈ ਸਾਨੂੰ ਫਿਊਚਰ ਈਅਰਸ ਦੇ ਵਿੱਚ ਕਿੰਨੇ ਬੰਦੇ ਇੱਥੇ ਆ ਰਹੇ ਨੇ ਕਿੰਨੇ ਪੱਕੇ ਹੋ ਰਹੇ ਨੇ ਕਿਹੜੇ ਵਰਕਰਸ ਆ ਰਹੇ ਨੇ। 11 ਫਰਵਰੀ ਤੋਂ ਪਹਿਲਾਂ ਇਹਨਾਂ ਨੂੰ ਕੁਝ ਐਲਾਨ ਉਹ ਕਰ ਰਹੇ ਨੇ ਜੀ। ਹਾਂਜੀ ਇਸ ਤਰ੍ਹਾਂ ਵੈਸੇ ਤੇ ਯੂਜ਼ਲੀ
ਇਹ ਜਿਹੜਾ ਐਲਾਨ ਆ ਨਵੰਬਰ ਦੇ ਵਿੱਚ ਹੁੰਦਾ, ਪਰ ਹੁਣ ਕੋਵਿਡ ਕਰਕੇ ਡਿਲੇਡ ਹੋਇਆ ਜਾਂ ਇਲੈਕਸ਼ਨ ਕਰਕੇ ਵੀ ਪਿਛਲੇ ਸਾਲ ਜਿਹੜੀ ਸੀਗੀ ਆਪਾਂ ਦੇਖਿਆ ਵੀ 20 ਦਿਨ ਜਿਹੜਾ ਸੈਸ਼ਨ ਆ ਉਹ ਪਿਛਲੇ ਸਾਲ ਦੇ ਵਿੱਚ ਨਵੀਂ ਪਾਰਲੀਮੈਂਟ ਦਾ ਚੱਲਿਆ ਸੀਗਾ, ਪਰ ਨਵੀਂ ਪਾਰਲੀਮੈਂਟ ਜਦੋਂ ਵੀ ਬੈਠੇ ਉਹਦੇ ਜਿਹੜਾ ਕੋਈ 30 ਦਿਨਾਂ ਦੇ ਵਿੱਚ ਜਾਣੀ ਇਮੀਗ੍ਰੇਸ਼ਨ ਮਿਨਿਸਟਰ ਨੇ ਇਹ ਰਿਪੋਰਟ ਆਪਣੀ ਪਾਰਲੀਮੈਂਟ 'ਚ ਪੇਸ਼ ਕਰਨੀ ਹੁੰਦੀ ਆ। ਸੋ 20 ਦਿਨ ਉਹ ਹੋ ਗਏ। ਹੁਣ 31 ਜਨਵਰੀ ਨੂੰ ਸੈਸ਼ਨ ਸ਼ੁਰੂ ਹੋਣਾ ਤੇ 10 ਉਹਦੇ ਵਿੱਚ ਹੋਰ ਮਿਲਾ ਕੇ ਮਤਲਬ 10 ਫਰਵਰੀ 11 ਫਰਵਰੀ ਬਣਦੀ ਆ। ਉਸ ਤੋਂ ਪਹਿਲਾਂ ਜਾਣੀ ਕਿ ਮਿਨਿਸਟਰ ਨੂੰ ਪਾਰਲੀਮੈਂਟ ਦੇ ਵਿੱਚ ਇਹ ਰਿਪੋਰਟ ਟੇਬਲ ਕਰਨੀ ਪੈਣੀ ਆ ਜੀ। ਇਸ ਸਾਲ ਅਸੀਂ ਕਿੰਨੇ ਕੁ ਲੋਕ ਜਿਹੜੇ ਬਾਹਰੋਂ ਲੈ ਕੇ ਆਉਣੇ ਆ ਤੇ ਅਗਲੇ ਸਾਲਾਂ ਦੇ ਵਿੱਚ ਸਾਡਾ ਕੀ ਪ੍ਰੋਗਰਾਮ ਹੋਊਗਾ। ਹੋ ਸਕਦਾ ਉਹਦੇ ਵਿੱਚ ਵੱਖ-ਵੱਖ ਕੈਟੇਗਰੀਜ਼ ਦਾ ਵੀ ਜ਼ਿਕਰ ਉਹ ਕਰਨ। ਸੋ ਫਿਊਚਰ ਦੇ ਵਿੱਚ ਇਸੇ ਤਰੀਕੇ ਨਾਲ ਵੱਡੀ ਤਾਦਾਦ ਦੇ ਵਿੱਚ ਜਿਹੜੇ ਇਮੀਗ੍ਰੈਂਟਸ ਆ ਲੋਕਾਂ ਨੂੰ ਕੈਨੇਡਾ ਦੇ ਵਿੱਚ PR ਹੋਣ ਦੀ ਆਪਰਚੁਨਿਟੀ ਤੇ ਮਿਲਦੀ ਰਹਿਣੀ ਆ ਜੀ। ਪਰ ਇਹ ਅੱਜ ਵੀ ਕੁਛ ਜਿਹੜੀਆਂ ਕਾਲ ਆ ਸਾਨੂੰ ਔਨਗੋਇੰਗ ਬੇਸ ਤੇ ਹੁਣ ਇਹਨਾਂ ਪ੍ਰੋਗਰਾਮਾਂ ਦੇ ਰਾਹੀਂ ਲੋਕ ਅਵੇਅਰ ਵੀ ਬੜੇ ਹੋ ਰਹੇ ਆ। ਉਹਨਾਂ ਨੂੰ ਪਤਾ ਹੈ ਜੀ ਵੀ ਅਸੀਂ ਜਦੋਂ ਇਹ ਲੁੱਟਮਾਰ ਦੇ ਵਿੱਚ ਸਾਥ ਦਿੰਦੇ ਆ, ਬੇਈਮਾਨੀਆਂ ਇੱਥੇ ਮਤਲਬ ਜਿਹੜੇ ਲੋਕ ਫੈਲਾ ਰਹੇ ਆ ਉਹਨਾਂ ਪ੍ਰਤੀ ਚੁੱਪ ਰਹਿੰਦੇ ਆ ਤੇ ਫਿਰ ਅਸੀਂ ਵੀ ਅੱਛੇ ਕੈਨੇਡੀਅਨ ਜਿਹੜੇ ਸਾਬਤ ਨਹੀਂ ਹੋ ਰਹੇ। ਹੁਣ ਥੋੜੀ ਜਿਹੜੀ ਆ ਉਹ ਗੈਰਤ ਆ ਜਾਗਣੀ ਸ਼ੁਰੂ ਹੋਈ ਆ। ਸੋ ਇਸ ਕਰਕੇ ਕਈ ਵਾਰੀ ਜਦੋਂ ਫਰਜ਼ ਕੀਤਾ ਕੋਈ ਵਿਜ਼ਿਟਰ ਆਏ ਹੋਏ ਆ ਨਾ ਅਰਸ਼, ਤੇ ਉਹ ਇਹ ਸੌਦੇਬਾਜ਼ੀ ਲੈ ਕੇ ਆਪਣੇ ਕੈਨੇਡੀਅਨ ਹੋ ਚੁੱਕੇ ਪੰਜਾਬੀਆਂ ਪੰਜਾਬਣਾਂ ਕੋਲ ਫੈਮਿਲੀ ਮੈਂਬਰਸ ਕੋਲ ਲੈ ਕੇ ਆਉਂਦੇ ਆ ਜਾਂ ਆਉਂਦੀਆਂ ਆ ਜੀ ਵੀ ਹੁਣ ਸਾਨੂੰ ਜਿਹੜੀ LMI ਹੈ ਇਹ $40,000 ਦੇ ਵਿੱਚ ਸਾਨੂੰ ਮਿਲ ਰਹੀ ਆ, $25,000 ਦੇ ਵਿੱਚ ਮਿਲ ਰਹੀ ਆ। ਉਹ ਵੀ ਭੈਣ ਭਰਾ ਕਈ ਵਾਰੀ ਸਾਨੂੰ ਕਾਲ ਕਰਨਗੇ ਜੀ ਵੀ ਹੁਣ ਕੀ ਕਰੀਏ ਅਸੀਂ, ਹਨਾ। ਮਤਲਬ ਪਹਿਲੀਆਂ ਦੇ ਵਿੱਚ ਜਦੋਂ ਨਹੀਂ ਸੀ ਇੰਨੀ ਜਾਗਰੂਕਤਾ, ਭਾਵੇਂ ਜੇਬ ਦੇ ਵਿੱਚ ਕੈਨੇਡੀਅਨ ਪਾਸਪੋਰਟ ਸੀ, ਕੈਨੇਡੀਅਨ ਪਾਸਪੋਰਟ ਨੂੰ ਇੱਕ ਗੱਤਾ ਹੀ ਸਮਝਿਆ ਗਿਆ ਸੀਗਾ ਸ਼ੇਖੀ ਮਾਰਨ ਵਾਸਤੇ ਵੀ ਮੈਂ ਕੈਨੇਡੀਅਨ ਆ। ਪਰ ਕੈਨੇਡੀਅਨ ਹੋਣ ਦਾ ਮਤਲਬ ਇੱਕ ਕਿਰਦਾਰ ਆ, ਇੱਕ ਕਿਰਦਾਰ ਦਾ ਨਾਂ ਕੈਨੇਡੀਅਨ ਆ, ਕੈਨੇਡੀਅਨ ਪਾਸਪੋਰਟ ਦਾ ਨਾਂ ਨਹੀਂ ਹੈਗਾ। ਪਰ ਉਹ ਕਿਰਦਾਰ ਆਪਣੇ ਵਿੱਚ ਡਿਵੈਲਪ ਨਾ ਕੀਤਾ ਗਿਆ ਹੋਣ ਕਰਕੇ ਜਾਣੀ ਕੈਨੇਡਾ ਨੂੰ ਚੁਰੁੰਡਣਾ ਲਗਾਤਾਰਤਾ ਦੇ ਨਾਲ ਜਾਰੀ ਸੀ ਤੇ ਚੁਰੁੰਡਣ ਵਾਲੇ ਤੇ ਵਾਲੀਆਂ ਨੂੰ ਗਾਂ ਹੋਰ ਪੱਟੀਆਂ ਪੜਾਉਣੀਆਂ ਜਾਂ ਉਹਨਾਂ ਦਾ ਸਾਥ ਦੇਣਾ ਵੀ ਜਾਰੀ ਸੀਗਾ ਜੀ। ਉਹ ਹੁਣ ਹੌਲੀ ਘਟ ਰਿਹਾ, ਹਜੇ ਪੂਰੀ ਤਰ੍ਹਾਂ ਚਲੋ ਕੋਈ ਚੀਜ਼ ਕਦੇ ਬੰਦ ਨਹੀਂ ਹੁੰਦੀ। ਸੋ ਇਸ ਕਰਕੇ ਬਹੁਤ ਸਾਰੇ ਲੋਕ ਕਨਫਿਊਜ਼ ਹੋ ਜਾਂਦੇ ਜੀ ਵੀ ਅਸੀਂ ਕੈਨੇਡੀਅਨ ਹੋ ਚੁੱਕੇ ਹਾਂ, ਕੀ ਹੁਣ ਇਹ ਬੇਈਮਾਨੀਆਂ ਦਾ ਅਸੀਂ ਸਾਥ ਦੇਈ ਜਾਈਏ ਕਿ ਜਾਂ ਕੈਨੇਡੀਅਨ ਹੋਣ ਦਾ ਆਪਣਾ ਫਰਜ਼ ਪਛਾਣੀਏ ਤਾਂ ਕਿ ਸਾਡੇ ਸੰਸਾਰ 'ਚ ਜਾਣ ਤੋਂ ਬਾਅਦ ਕੋਈ ਯਾਦ ਐਸੀ ਬਣੀ ਰਹਿ ਜੇ ਵੀ ਅਸੀਂ ਕੈਨੇਡਾ ਨੂੰ ਘੁਣ ਵਾਂਗ ਖਾਣ ਵਾਲੇ ਤੇ ਵਾਲੀਆਂ ਦਾ ਸਾਥ ਦੇਣ ਵਾਲਿਆਂ 'ਚ ਨਹੀਂ ਸੀ, ਅਸੀਂ ਕੈਨੇਡਾ ਨੂੰ ਬਚਾਉਣ ਵਿੱਚ ਸੀਗੇ। ਉਸ ਲਿਹਾਜ਼ ਨਾਲ ਇਹ ਜੀ ਵੀ ਲੋਕ ਅੱਗੇ ਨਾਲੋਂ ਅਵੇਅਰ ਹੋ ਰਹੇ ਆ। ਪਰ ਨਵੀਂ ਜਿਹੜੀ ਆ ਜੀ ਪਾਲਿਸੀ ਆ ਰਹੀ ਹੈ ਉਹਦੇ ਵਿੱਚ ਲੱਗ ਰਿਹਾ ਕਿਤੇ ਨਾ ਕਿਤੇ ਹੁਣ ਗਾਂ ਅਗਲੀ ਇਲੈਕਸ਼ਨ ਤੋਂ ਪਹਿਲਾਂ ਜਿੱਦਾਂ ਕਿ US ਦੇ ਵਿੱਚ ਵੀ ਆਪਾਂ ਦੇਖ ਰਹੇ ਹਾਂ ਕਿ ਪਾਰਲੀਮੈਂਟ ਦੇ ਵਿੱਚ ਬਿੱਲ ਗਿਆ ਹੋਇਆ ਕਿ ਉੱਥੇ ਜਿੰਨੇ ਕੱਚੇ ਲੋਕ ਆ ਉਹਨਾਂ ਨੂੰ ਪੱਕੇ ਕੀਤੇ ਜਾਣਾ ਤੇ ਸਾਡੇ ਵੀ ਇੱਥੇ ਜਿਹੜੇ ਅਨਡਾਕੂਮੈਂਟਡ ਲੋਕ ਆ ਉਹਨਾਂ ਨੂੰ ਅਪਰਚੁਨਿਟੀ ਮਿਲਣ ਦੀ ਸੰਭਾਵਨਾ ਹੈਗੀ ਆ ਕਿਉਂਕਿ ਪ੍ਰਾਈਮ ਮਿਨਿਸਟਰ ਨੇ ਅਫੀਸ਼ੀਅਲੀ ਆਪਣੇ ਲੈਟਰ ਦੇ ਵਿੱਚ ਗਾਈਡ ਕੀਤਾ ਗਿਆ ਹੋਇਆ ਇਮੀਗ੍ਰੇਸ਼ਨ ਮਿਨਿਸਟਰ ਨੂੰ ਵੀ ਕੀ ਪ੍ਰਾਇਓਰਟੀਜ਼ ਹੈਗੀਆਂ ਜਿਹਦੇ ਕਿ ਵਿੱਚ ਕੇ ਕੱਚੇ ਲੋਕਾਂ ਨੂੰ ਪੱਕੇ ਕਰਨ ਦੇ ਲਈ ਪੈਥਵੇ ਦਾ ਜ਼ਿਕਰ ਹੈਗਾ। ਸੋ ਇਹ 10-11 ਫਰਵਰੀ ਤੋਂ ਪਹਿਲਾਂ ਅਨਾਉਂਸਮੈਂਟ ਹੋ ਜਾਣ ਦੀ ਸੰਭਾਵਨਾ ਜੀ। ਲਾਸਟਲੀ ਜੋਲ ਸਾਹਿਬ ਇੱਕ ਸਾਡੇ ਨਾਲ ਕਾਲਰ ਨੇ ਜੀ, ਫਟਾਫਟ ਲੈ ਰਹੇ ਨੇ ਫਿਰ ਵਾਈਂਡ ਅਪ ਕਰਦੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰੇ, ਮੈਂ ਬਲਦੇਵ ਬੋਲਦਾ ਸੀ ਜੀ। ਬਲਦੇਵ ਜੀ, ਬਾਕੀ ਜੋਲ ਸਾਹਿਬ ਦੀਆਂ ਖਬਰਾਂ ਬਹੁਤ ਵਧੀਆ ਹੁੰਦੀਆਂ। ਮੈਂ ਕਿਹਾ ਤੁਹਾਡੇ ਸਨੋ ਚੱਕਤੀ ਬਰੈਂਪਟਨ ਚ ਕੱਲ? ਸਾਡੇ ਜੀ ਮੈਂ ਤਾਂ ਮਿਸਿਸਾਗਾ ਚ ਰਹਿੰਦਾ ਜੀ, ਸਾਡੇ ਤਾਂ ਚੱਕਦੀ। ਮੈਂ ਕਿਹਾ ਜੋਲ ਸਾਹਿਬ ਨੂੰ ਪਤਾ ਹੋਊ ਨਾ। ਹਾਂਜੀ, ਨਹੀਂ ਤੁਸੀਂ ਤਾਂ ਕਮਾਲਾਂ ਕਰਤੀਆਂ। ਕੱਲ ਤਾਂ ਬੜਾ ਰੌਲਾ ਪਿਆ ਸੀਗਾ ਬਰੈਂਪਟਨ ਚ ਸਾਡੇ ਸਨੋ ਨੀ ਚੱਕਦੇ। ਉਹ ਆਪਦੇ ਕਾਉਂਸਲਰ ਨੂੰ ਫੋਨ ਕਾਹਤੋਂ ਨੀ ਕਰਦੇ? ਹੈ ਵੀ ਦੇਸੀ, ਉਹ ਤੇ ਕਿਹੜਾ ਇੰਗਲਿਸ਼ ਬੋਲਣੀ ਪੈਂਦੀ ਹੈ। ਮੈਂ ਤਾਂ ਸਾਡੇ ਇੱਕ ਕਾਲ ਕੀਤੀ ਸਾਡੇ ਮਾਈਕਲ ਫੋਰਡ ਨੂੰ, ਹਨਾ ਜੀ, ਈਸਟ ਵਿਕੋ ਨਾਰਥ ਚ ਕਾਲ ਇੱਕ ਤੇ ਟਰੱਕ 2 ਭੇਜਦੇ ਉਹਨੇ ਘੰਟੇ ਦੇ ਵਿੱਚ। ਕਿਆ ਬਾਤ ਹੈ। ਪਹਿਲਾਂ ਸਾਹਮਣੇ ਸਾਫ਼ ਕਰ ਗਏ, ਸਾਡੇ ਵਾਲਾ ਸਰਕਲ ਜਿਹਾ ਛੱਡ ਗਏ ਸੀ ਤੇ ਉਹਨੇ ਫਿਰ 3 ਕਾਲਾਂ ਆਈਆਂ ਸੀ ਵੀ ਤੁਹਾਡੇ ਚੱਕ ਗਏ ਕਿ ਨਹੀਂ ਚੱਕ ਗਏ। ਆਪਣੇ ਲੋਕ ਕਾਲ ਨਹੀਂ ਕਰਦੇ, ਰੌਲਾ ਪਾਈ ਜਾਂਦੇ ਰਹਿੰਦੇ, ਕੁਛ ਨਹੀਂ ਕਰਦੇ ਇਹ। ਲਓ ਜੀ, ਦਿਸ ਇਜ਼ ਅ ਵੈਰੀ ਬਿਗ ਐਗਜ਼ਾਮਪਲ। ਕਾਲ ਕਰੋ। ਦੂਜਾ ਚੱਲ ਕੋਈ ਨੀ, ਫਿਰ ਕਰ ਲਓ ਗੱਲ। ਥੈਂਕ ਯੂ ਜੀ ਸਿੱਧੂ ਸਾਹਿਬ। ਦੇਖੋ ਇੱਕ ਤਾਂ ਇਹ ਜੀ ਸਿੱਧੂ ਸਾਹਿਬ ਨੇ ਕਮਾਲਾਂ ਕੀਤੀਆਂ, ਆਪਣਾ ਮਹੱਲਾ ਸਾਫ਼ ਰੱਖਦੇ, ਇਹਨਾਂ ਕੋਲ ਮਸ਼ੀਨ ਹੈ ਤੇ ਉਹ ਕਿਸੇ ਦੇ ਘਰ ਦੇ ਅੱਗੇ ਸਨੋ ਨਹੀਂ ਬੜੀ ਇਕੱਠੀ ਹੋਣ ਦਿੰਦੇ ਸਿੱਧੂ ਸਾਹਿਬ। ਬਲਦੇਵ ਸਿੰਘ ਜੀ, ਵੈਲ ਸਲੂਟ ਹੈ ਜੀ ਉਹਨਾਂ ਨੂੰ। ਐਂਡ ਜੋ ਉਹਨਾਂ ਨੇ ਕਿਹਾ ਕਾਲ ਕਰੋ, ਸਿੰਪਲ ਜੀ ਗੱਲ ਹੈ, ਕਾਲ। ਇੱਕ ਨਾ ਜਿਹੜਾ ਕਾਲ ਕਰਨ ਦਾ ਕਲਚਰ ਆ ਸਾਡੇ ਲੋਕਾਂ ਨੇ ਅਪਣਾ ਜ਼ਿਆਦਾ ਲਿਆ ਤੇ ਹੌਲੀ ਹੌਲੀ ਇਹ ਖੁੰਡਾ ਹੋ ਗਿਆ, ਇਹ ਕੰਮ ਘੱਟ ਕਰਦਾ। ਕਿਉਂਕਿ ਕਾਲ ਤੁਸੀਂ ਕਰਕੇ ਬਹਿ ਜਾਂਦੇ ਹੋ, ਆਪਣਾ ਵੀ ਟਾਈਮ ਲਾਉਂਦੇ ਹੋ, ਅਗਲੇ ਦਾ ਵੀ ਵੇਸਟ ਕਰਦੇ ਹੋ ਤੇ ਗੱਲਾਂ ਉਹ ਹਵਾ 'ਚ ਹੀ ਆ ਜੀ। ਉਸ ਚੀਜ਼ ਦਾ ਕੋਈ ਵੀ ਪ੍ਰੂਫ ਨਹੀਂ ਰਿਹਾ ਵੀ ਤੁਸੀਂ ਰਿਪੋਰਟ ਕੀਤਾ ਸੀ, ਹਨਾ। ਸੋ ਜਿਸ ਕਰਕੇ ਅੱਜ ਕੱਲ ਈਮੇਲ ਨੂੰ, ਟੈਕਸਟ ਮੈਸੇਜ ਨੂੰ ਏਦਾਂ ਪ੍ਰੈਫਰ ਕੀਤਾ ਜਾਂਦਾ ਬਹੁਤ, ਹਨਾ। ਉਹਦੇ ਨਾਲ ਜਾਣੀ ਕਿ ਜੇ ਅਗਲਾ ਨਹੀਂ ਵੀ ਫੋਨ ਤੇ ਅਵੇਲੇਬਲ ਤੇ ਟੈਕਸਟ ਮੈਸੇਜ ਉਹਦੇ ਧਿਆਨ ਵਿੱਚ ਆ ਜ਼ਰੂਰ ਰਿਹਾ ਜੀ। ਇਸ ਕਰਕੇ ਬਰੈਂਪਟਨ 'ਚ ਖਾਸ ਤੌਰ ਤੇ ਜੀ ਵੀ ਇਹ ਹੋਰ ਮਤਲਬ ਏਰੀਆਜ਼ ਦੇ ਵਿੱਚ ਜਿੱਥੇ ਸਾਡਾ ਅਜੇ ਨਹੀਂ ਬਹੁਤਾ ਜਮਘਟਾ ਵੀ ਅਸੀਂ ਫੋਨ ਕਰਨ ਦੇ ਮਤਲਬ ਆਪਾਂ ਦੇ ਘਰੇ ਵਿਹਲੇ ਬੈਠੇ ਆਮ ਤੌਰ ਤੇ, ਹਨਾ। ਜੇ ਦੂਸਰਿਆਂ ਨੂੰ ਜਿਹੜਾ ਅਸੀਂ ਫੋਨ ਮਲਾਈ ਤੁਰੇ ਜਾ ਰਹੇ ਹਾਂ, ਕਦੀ ਐਂ ਨੂੰ ਕਦੀ ਆਉਂ ਨੂੰ ਕਦੀ, ਉਹ ਹੁਣ ਵਿਹਲੇ ਥੋੜ੍ਹਾ ਸਾਰੇ ਲੋਕ ਗਾਂ ਬੈਠੇ ਆ। ਸੋ ਇਸ ਕਰਕੇ ਵੀ ਕਲਚਰ ਥੋੜਾ ਹੁਣ ਸਾਰਿਆਂ ਦੇ ਘਰਾਂ ਦੇ ਵਿੱਚ ਬੱਚੇ ਹੈਗੇ
ਟੈਕਸਟ ਮੈਸੇਜ ਆਪ ਨਹੀਂ ਆਉਂਦਾ, ਉਹ ਬੱਚਿਆਂ ਤੋਂ ਕਰਵਾ ਸਕਦੇ ਜੀ। ਬਿਲਕੁਲ ਬਿਲਕੁਲ। ਹੁਣ ਦੇਸੀ ਸਾਡੇ ਕਾਉਂਸਲਰ ਤਾਂ 2 ਹੀ ਆ ਨਾ ਜੀ, 9 ਤੇ 10 ਵਾਰਡ ਦੇ ਵਿੱਚ, ਬਾਕੀ ਤਾਂ ਸਾਰਿਆਂ ਨਾਲ ਅੰਗਰੇਜ਼ੀ 'ਚ ਥੋੜ੍ਹਾ ਬਹੁਤਾ ਗੱਲ ਕਰਨੀ ਪੈਣੀ ਆ। ਤੇ ਅਫੀਸ਼ੀਅਲੀ ਤੇ ਚਲੋ ਇਹਨਾਂ ਨਾਲ ਵੀ ਇੰਗਲਿਸ਼ ਦੇ ਵਿੱਚ ਕਮਿਊਨੀਕੇਸ਼ਨ ਹੁੰਦਾ, ਪਰ ਕੁੱਲ ਮਿਲਾ ਕੇ ਜਿਹੜਾ ਇਹ ਫੋਨ ਦਾ ਕਲਚਰ ਛੱਡਣਾ ਪਏਗਾ। ਹੌਲੀ ਹੌਲੀ ਇਨ ਰਾਈਟਿੰਗ ਹਰ ਕੰਮ ਨੂੰ ਤੁਸੀਂ ਔਨ ਦਾ ਰੈਕਡ ਲੈ ਕੇ ਆਓਗੇ ਤੇ ਉਹਦਾ ਤੁਹਾਡੇ ਕੋਲ ਵੀ ਰਿਕਾਰਡ ਜਦੋਂ ਮੌਜੂਦ ਹੁੰਦਾ ਵੀ ਦੇਖੋ ਜੀ ਫਲਾਨੀ ਤਰੀਕ ਨੂੰ ਫਲਾਨੇ ਵੇਲੇ ਤੁਹਾਨੂੰ ਈਮੇਲ ਭੇਜੀ ਸੀ, ਉਹਨਾਂ ਨੂੰ ਫਿਰ ਕਿਸੇ ਨੇ ਕਿਤੇ ਨਾ ਕਿਤੇ ਉਹਨੂੰ ਜਾਣੀ ਅਕਾਊਂਟੈਂਸੀ ਹੈਗੀ ਆ ਤੇ ਉਹਨਾਂ ਨੂੰ ਉਹਦਾ ਖਿਆਲ ਰੱਖਣਾ ਪੈਂਦਾ ਵੀ ਸਾਨੂੰ ਲਿਖ ਕੇ ਜਿਹੜਾ ਰੈਜ਼ੀਡੈਂਟ ਨੇ ਭੇਜਿਆ ਹੋਇਆ। ਸੋ ਇਸ ਕਰਕੇ ਫੋਨ ਵੀ ਕਰੋ, ਪਰ ਇਹਦੇ ਨਾਲ ਜੇ ਈਮੇਲ ਦਾ ਕਲਚਰ ਅਪਣਾ ਲਿਆ ਜਾਏ ਉਹ ਬੈਟਰ ਹੈ। ਸਨੋ ਜਿਹੜੀ ਆ ਉਹ ਜਿਹੜੀ ਜੀ ਆਮ ਸੜਕਾਂ ਤੋਂ ਤਾਂ ਜਿਹੜੀ ਆਪਾਂ ਦੇਖ ਰਹੇ ਹਾਂ ਵੀ ਟ੍ਰੈਫਿਕ ਜਿਹੜੀ ਆ ਹੁਣ ਫਲੋ ਹੋ ਰਹੀ ਆ, ਬੱਚੇ ਵੀ ਸਕੂਲਾਂ ਦੇ ਵਿੱਚ ਜਾ ਚੁੱਕੇ ਨੇ, ਪਰ ਸਟਾਫ ਦੀ ਘਾਟ ਕਰਕੇ ਅਜੇ ਵੀ ਬਹੁਤ ਸਾਰੀਆਂ ਬੱਸਸ ਜਿਹੜੀਆਂ ਜੀ ਉਹ ਬਹੁਤ ਸਾਰੇ ਰੂਟਸ ਤੇ ਕੈਂਸਲ ਹੈਗੀਆਂ। ਕਈ ਪਾਸੇ ਤਾਂ ਜੀ ਇੱਕ ਪਾਸੇ ਨੂੰ ਕੈਂਸਲ ਨੇ ਜਾਣੀ ਹੈ ਨਾ ਵੀ ਬੱਚੇ ਜੇ ਲੈ ਆਂਦੇ ਤੇ ਫਿਰ ਛੱਡਣ ਦਾ ਪ੍ਰਬੰਧ ਫਿਰ ਛੱਡਣ ਦਾ ਪ੍ਰਬੰਧ ਹੈ ਏਦਾਂ ਕਰਕੇ। ਸੋ ਇਹ ਆਪੋ ਆਪਣੇ ਚਲੋ ਇਲਾਕਿਆਂ ਦੇ ਵਿੱਚ ਲੋਕਾਂ ਨੂੰ ਪਤਾ ਹੀ ਆ, ਇਹ ਬਰੈਂਪਟਨ, ਮਿਸਿਸਾਗਾ, ਕੈਲੇਡਨ ਦੇ ਵਿੱਚ ਵੀ ਜਿਹੜੀ ਬੱਸ ਟਰਾਂਸਪੋਰਟੇਸ਼ਨ ਅਫੈਕਟਡ ਹੈਗੀ ਆ, ਪਰ ਬਹੁਤ ਸਾਰੇ ਪੈਥਵੇਜ਼ ਦੇ ਵਿੱਚ ਅੱਜ ਜਿਹੜੀ ਸਨੋ ਆ ਨਾ ਵੀ ਉਹ ਲੋਕਲ ਲੈਵਲ ਤੇ ਕਲੀਨ ਨਹੀਂ ਵੀ ਹੋਈ, ਪਰ ਇਹਨੂੰ ਜਨਰਲ ਜਾਣੀ ਕਿ ਜਿਹੜਾ ਇੱਕ ਟ੍ਰੈਫਿਕ ਜਾਣੀ ਕਿ ਚੱਲਣੀ ਜ਼ਰੂਰੀ ਆ, ਉਹ ਜਿਹੜੇ ਰਾਹ ਨੇ ਉਹ ਚੱਲ ਰਹੇ ਨੇ। ਤੇ ਦੂਸਰੇ ਪਾਸੇ ਵੱਟ ਜਿਹੜੀ ਉਹ ਵਿੰਡਰ ਉਹਦੇ ਕਰਕੇ ਬਦਨਾਮ ਹੈ ਬਰੈਂਪਟਨ ਦੇ ਵਿੱਚ, ਉਹਦਾ ਕੋਈ ਹੱਲ ਨਹੀਂ ਨਿਕਲਿਆ ਹਾਲੇ, ਪਰ ਲੋਕਾਂ ਨੂੰ ਕਾਫੀ ਪਰੇਸ਼ਾਨੀ ਵੀ ਉਹਦੇ ਨਾਲ ਹੋਈ ਹੈ, ਸੀਨੀਅਰਸ ਨੂੰ ਖਾਸ ਤੌਰ ਤੇ। ਕੋਈ ਗੱਲ ਨਹੀਂ, ਅਸੀਂ ਗੁਰਪ੍ਰੀਤ ਢਿੱਲੋਂ ਜੀ ਦੇ ਨਾਲ ਦਿਸ ਸੈਟਰਡੇ ਜੌਲ ਸਾਹਿਬ, ਤੁਸੀਂ, ਮੈਂ ਤੇ ਢਿੱਲੋਂ ਸਾਹਿਬ ਨੇ ਆਪਾਂ ਇਸ ਬਾਰੇ ਵਿਸ਼ੇ ਦੇ ਵਿੱਚ ਗੱਲ ਵੀ ਕਰਨੀ ਕਿ ਅਸੀਂ ਟੈਕਸ ਇੰਨਾ ਦਿੰਦੇ ਹਾਂ ਜੀ ਤੇ ਤੁਸੀਂ, ਤੁਹਾਡਾ ਫਰਜ਼ ਬਣਦਾ ਜੀ ਇਸ ਨੂੰ ਸਾਫ਼ ਕਰਨ ਦਾ। ਬਿਲਕੁਲ, ਉਹਨਾਂ ਨੇ ਇਹਦੇ ਤੇ ਕੁਝ ਕੀਤਾ ਵੀ ਸੀ, ਪਰ ਉਹ ਅਜੇ ਹੈਗਾ ਪਰ ਨਾਲਾ ਉੱਥੇ ਦਾ ਉੱਥੇ ਹੀ ਹੈ, ਸ਼ਾਇਦ ਹੋਰ ਕੁਝ ਕਰਨ ਦੀ ਲੋੜ ਆ ਤੇ ਅਪਡੇਟ ਉਹ ਕਰ ਦੇਣਗੇ। ਤੇ ਦੂਸਰਾ ਇਹ ਹੈ ਜੀ ਵੀ ਜਿਹੜੇ ਸੀਨੀਅਰਸ ਹੈਗੇ ਜਾਂ ਫਿਜ਼ੀਕਲੀ ਚੈਲੰਜਡ ਲੋਕ ਨੇ ਉਹ ਜ਼ਰੂਰ ਪ੍ਰਬੰਧ ਕਰਕੇ ਆਪਣੀ ਸਨੋ ਜਿਹੜੀ ਆ ਉਹ ਸਾਫ਼ ਕਰਵਾਉਣੀ ਹੈ ਤੇ ਕਲੇਮ ਜਿਹੜਾ ਉਹ ਸਿਟੀ ਕੋਲੋਂ ਕੀਤਾ ਜਾ ਸਕਦਾ $200 ਜਾਂ $300 ਰਿਸਪੈਕਟਿਵਲੀ, ਜਿੱਦਾਂ ਵੀ ਐਲੀਜੀਬਿਲਿਟੀ ਹੋਵੇ। ਸੋ ਦੂਸਰਾ ਇਹ ਹੈ ਜੀ ਵੀ ਜ਼ੋਰ ਸਾਰਿਆਂ ਦਾ ਬਹੁਤ ਲੱਗਾ ਹੁੰਦਾ, ਪਰ ਇਹ ਆਪਾਂ ਦੇਖ ਰਹੇ ਹਾਂ ਕਿ ਜਿਉਂ-ਜਿਉਂ ਹੁਣ ਕਸਟਮਰ ਸਰਵਿਸ ਹੈ ਸਾਰੇ ਹੀ ਡਿਪਾਰਟਮੈਂਟਸ ਦੇ ਵਿੱਚ ਬਹੁਤ ਪ੍ਰਭਾਵਿਤ ਹੈ, ਕਿਉਂਕਿ ਲੋਕ ਕੋਵਿਡ ਕਰਕੇ ਕਲਚਰ ਜਿਹੜਾ ਨਵਾਂ ਚੱਲ ਪਿਆ ਤੇ ਘਰੋਂ ਹੀ ਕੰਮ ਕਰਨਾ ਤੇ ਘਰੋਂ ਹੀ ਉਹ ਚਾਹ ਕੌਫੀ ਪੀਂਦੇ ਆ, ਜਿੰਨਾ ਕੁ ਘੁੱਟ ਭਰਦੇ ਆ ਜਾਣੀ ਕਿ ਮਾੜਾ ਮੋਟਾ ਈਮੇਲਾਂ ਦਾ ਜਵਾਬ ਦੇ ਸਕਣ, ਉਹ ਦੇ ਕੇ ਤੇ ਆਪਣਾ ਮਤਲਬ ਮੌਜਾਂ ਦੇ ਨਾਲ ਤਨਖਾਹਾਂ ਤੇ ਬੈਨੀਫਿਟ ਤੇ ਉੱਡੋਗੇਟ ਹੀ ਆ ਨਾ ਜੀ ਬਿਲਕੁਲ। ਜਾਣੀ ਕੰਮਾਂ ਤੇ ਨਾ ਜਾਣ ਕਰਕੇ ਜਿਹੜੀ ਪਬਲਿਕ ਸਰਵਿਸ ਦੇ ਵਿੱਚ ਕਾਫੀ ਵੱਡੇ ਵਿਘਨ ਨੇ। ਕੈਨੇਡਾ ਵੀ ਹੁਣ ਇੱਕ ਤਰੀਕੇ ਨਾਲ ਥਰਡ ਵਰਲਡ ਹੀ ਉਸ ਲਿਹਾਜ਼ ਨਾਲ ਬਣਿਆ ਪਿਆ ਤੇ ਬਹੁਤ ਸਾਰੇ ਲੋਕ ਜਿਹੜੇ ਜੀ ਕੰਪਲੇਂਟ ਕਰਨ ਵੀ ਤੇ ਆਮ ਤੌਰ ਤੇ ਉਹ ਕਈ ਮਹੀਨੇ ਰੁਲਦੀ ਰਹਿੰਦੀ ਹੈ। ਸੋ ਇਹ ਜਿਹੜਾ ਕਲਚਰ ਹੈ ਕੋਵਿਡ ਦੀ ਹੁਣ ਸਿਚੁਏਸ਼ਨ ਚੇਂਜ ਹੋਣ ਤੋਂ ਬਾਅਦ ਦੇਖਦੇ ਹਾਂ ਵੀ ਜਦੋਂ ਵਰਕ ਫਰੋਮ ਹੋਮ ਕਲਚਰ ਦੁਬਾਰਾ ਫਿਰ ਇਹ ਵਰਕ ਫਰੋਮ ਆਫਿਸ ਦੇ ਵਿੱਚ ਚੇਂਜ ਹੋਊਗਾ ਤੇ ਬਦਲਦਾ ਕਿ ਨਹੀਂ, ਪਰ ਇੱਕ ਵਾਰ ਜਿਹੜਾ ਵੱਡੀ ਤਾਦਾਦ ਦੇ ਵਿੱਚ ਸਰਵਿਸਿਜ਼ ਅਫੈਕਟਡ ਹੈ ਤੇ ਲੋਕਾਂ ਨੂੰ ਰਿਸਪੌਂਸ ਨਹੀਂ ਆ ਰਿਹਾ ਜੀ। ਆਲਰਾਈਟ, ਜੌਲ ਸਾਹਿਬ ਦਾ ਨੰਬਰ, ਤੁਸੀਂ ਜੌਲ ਸਾਹਿਬ ਦੇ ਨਾਲ ਡਾਇਰੈਕਟਲੀ ਗੱਲਬਾਤ ਕਰ ਸਕਦੇ ਹੋ, ਤੁਹਾਡੇ ਕੋਲ ਕੋਈ ਪ੍ਰੋਬਲਮ ਐਂਡ ਇਫ ਯੂ ਆਰ ਫੇਸਿੰਗ ਐਨੀ ਇਮੀਗ੍ਰੇਸ਼ਨ ਨੀਡਸ, WhatsApp ਗਰੁੱਪ ਦੇ ਵਿੱਚ ਨਿਊਜ਼ ਦੇ ਵਿੱਚ ਸ਼ਾਮਲ ਹੋ ਸਕਦੇ ਹੋ। ਜੌਲ ਸਾਹਿਬ ਦਾ ਨੰਬਰ ਨੋਟ ਡਾਊਨ ਕਰ ਲਓ ਜੀ, 4168953784 4168953784 ਤੇ ਜੌਲ ਸਾਹਿਬ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਜੌਲ ਸਾਹਿਬ, ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ ਸੋ ਮਚ ਜੌਲ ਸਾਹਿਬ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।